ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ, ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਧਰੋਂ ਧਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ। ਕਹਾਂ ਬਨਾਏ ਅਨੇਕ ਵਿਧ, ਮੇਰੀ ਨਿਸ਼ਾ ਨਾ ਹੋਏ। ਪੂਰਨ ਸਤਿਗੁਰ ਆਪ ਹੋ, ਉੱਤਰ ਦੀਜੈ ਸੋਏ। ਕਹਾਂ ਬਨਾਏ ਅਨੇਕ ਵਿਧ, ਮੇਰੀ ਨਿਸ਼ਾ ਨਾ ਹੋਏ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੇ ਉੱਤੇ ਸਦਾ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ, ਸ਼ਰਨ ਪਿਆਂ ਦੀ ਲਾਜ ਰੱਖਣ ਵਾਲੇ, ਧੰਨ ਧੰਨ ਹਾਜ਼ਰਾ ਹਜੂਰ, ਜਹਰਾ ਜਹੂਰ, ਸਰਬ ਕਲਾ ਭਰਪੂਰ, ਅੰਤਰਜਾਮੀ ਸੱਚੇ ਪਾਤਸ਼ਾਹ ਗਰੀਬ ਨਵਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ,
ਆਪ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਆਪੋ ਆਪਣੇ ਘਰਾਂ ਦੇ ਵਿੱਚ ਬੈਠ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਮਹਾਨ ਪਵਿੱਤਰ ਜਸ, ਗੁਰੂ ਜੀ ਦੀ ਵਡਿਆਈ, ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਕਥਾ, ਜਿਸ ਨੂੰ ਸੁਣ ਕੇ ਆਪਣੇ ਜੀਵਨ ਦੇ ਵਿੱਚ ਬਹੁਤ ਵੱਡੀ ਸਿੱਖਿਆ ਪ੍ਰਾਪਤ ਹੁੰਦੀ ਹੈ, ਉਹ ਆਪ ਜੀ ਬੜੇ ਹੀ ਪਿਆਰ ਦੇ ਨਾਲ ਸਰਵਣ ਕਰ ਰਹੇ ਹੋ। ਆਓ ਸਾਰੀ ਸੰਗਤ ਬੜੇ ਪਿਆਰ ਦੇ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਲੜੀਵਾਰ ਕਥਾ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚੋਂ ਆਪ ਜੀ ਸਰਵਣ ਕਰ ਰਹੇ ਹੋ। ਸਾਧ ਸੰਗਤ ਜੀ, ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸ੍ਰੀ ਕਰਤਾਰਪੁਰ ਸਾਹਿਬ ਜੀ ਦੀ ਧਰਤੀ 'ਤੇ ਸਿੱਖਾਂ ਦੀ ਪਰਖ ਕਰਨ ਵਾਸਤੇ ਫੁਰਨਾ ਬਣਾਉਂਦੇ ਹਨ। ਉਸ ਫੁਰਨੇ ਦੇ ਤਹਿਤ ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਸਿੱਖਾਂ ਦੀ ਪਰਖ ਕਰ ਰਹੇ ਹਨ, ਜਿਹਦੇ ਵਿੱਚ ਆਪ ਜੀ ਨੇ ਹੁਣ ਤੱਕ ਇੱਕ ਪ੍ਰਸੰਗ ਸਰਵਣ ਕੀਤਾ। ਹਜ਼ੂਰ ਮਹਾਰਾਜ ਗਰੀਬ ਨਵਾਜ ਇੱਕ ਸਿੱਖ ਦੇ ਘਰ ਵਿੱਚ ਪਹੁੰਚੇ। ਪਹਿਲਾਂ ਤੇ ਉਹਦਾ ਬੱਚਾ ਸੜ ਗਿਆ, ਮਰ ਗਿਆ। ਮਹਾਰਾਜ ਨੇ ਆਪਣੀ ਕਿਰਪਾ ਦੇ ਨਾਲ ਉਹਦਾ ਬੱਚਾ ਜਿੰਦਾ ਕੀਤਾ ਜੀ। ਉਸ ਬੱਚੇ ਬਾਲਕ ਦਾ ਨਾਮ ਲਾਲਾ ਸੀ। ਮਹਾਰਾਜ ਉਸ ਦੇ ਦਿਨ ਕੁਝ ਦਿਨ ਹੋਰ ਰਹੇ ਆ ਉਸ ਦੇ ਘਰ ਵਿੱਚ, ਤੇ ਸੰਗਤ ਜੀ, ਉਹ ਸਿੱਖ ਮਹਾਰਾਜ ਜੀ ਨੂੰ ਬਹੁਤਾ ਹੀ ਪਿਆਰ ਕਰਦਾ ਹੈ ਤੇ ਗੁਰੂ ਸਾਹਿਬ ਜੀ ਨੂੰ ਪ੍ਰਸ਼ਾਦਾ ਛਕਾਉਣਾ ਚਾਹੁੰਦਾ ਹੈ, ਪਰ ਘਰ ਵਿੱਚ ਅੰਨ ਨਹੀਂ ਹੈ। ਇੱਕ ਗੱਲ ਦਾ ਸੰਗਤ ਜੀ ਧਿਆਨ ਰੱਖਿਓ, ਪਿਆਰ ਵਾਲੇ ਕੁਝ ਵੀ ਕਰ ਸਕਦੇ ਆ ਜੀ। ਜਿਨ੍ਹਾਂ ਦੇ ਮਨ ਵਿੱਚ ਗੁਰੂ ਸਾਹਿਬ ਜੀ ਦੇ ਪ੍ਰਥਾਏ ਪ੍ਰੇਮ ਹੁੰਦਾ ਹੈ ਨਾ ਜੀ, ਉਹ ਆਮ ਲੋਕਾਂ ਵਰਗੇ ਨਹੀਂ ਹੁੰਦੇ ਜੀ। ਆਮ ਲੋਕ ਸਵਾਰਥੀ ਹੁੰਦੇ ਹਨ, ਮਤਲਬ ਪ੍ਰਸਤ ਹੁੰਦੇ ਹਨ, ਪਰ ਜਿਹੜੇ ਪਿਆਰ ਵਾਲੇ ਆ ਨਾ ਜੀ, ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਹੈ ਜੀ, ਉਹ ਪਿਆਰ ਵਿੱਚ ਕੁਝ ਵੀ ਕਰ ਜਾਂਦੇ ਹਨ। ਇਸੇ ਕਰਕੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਕਿਰਪਾ ਕੀਤੀ ਹੈ। ਮਹਾਰਾਜ ਕਹਿੰਦੇ, ਮੈਂ ਸੱਚ ਕਹਿ ਰਿਹਾ, ਜਿਨ੍ਹਾਂ ਨੇ ਪ੍ਰੇਮ ਕੀਤਾ ਹੈ ਨਾ ਜੀ, ਉਹਨਾਂ ਨੇ ਹੀ ਪ੍ਰਾਪਤੀ ਕੀਤੀ ਹੈ ਪਰਮੇਸ਼ਰ ਦੀ। ਸਾਚ ਕਹੋ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹ ਸਿੱਖ ਮਹਾਰਾਜ ਨਾਲ ਇੰਨਾ ਜ਼ਿਆਦਾ ਪਿਆਰ ਕਰਦਾ ਕਿ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਪ੍ਰਸ਼ਾਦਾ ਛਕਾਉਣ ਵਾਸਤੇ ਆਪਣੇ ਪੁੱਤਰ ਨੂੰ ਹੀ ਵੇਚਣ ਵਾਸਤੇ ਤਿਆਰ ਹੋ ਗਿਆ ਜੀ। ਜਦੋਂ ਆਪਣੇ ਪੁੱਤਰ ਨੂੰ ਵੇਚਣ ਵਾਸਤੇ ਲੈ ਕੇ ਜਾ ਰਿਹਾ, ਅੱਗੋਂ ਗੁਰੂ ਸਾਹਿਬ ਕਿਹੜੇ ਅਧੂਰੇ ਨੇ, ਗੁਰੂ ਸਾਹਿਬ ਵੀ ਪੂਰੇ ਨੇ। ਮਹਾਰਾਜ ਨੇ ਵੇਖਿਆ, ਪੁੱਛਿਆ, ਤੇ ਗੁਰੂ ਸਾਹਿਬ ਨਾਲ ਝੂਠ ਨਹੀਂ ਸੀ ਸਿੱਖ ਬੋਲ ਸਕਦਾ। ਸੱਚ ਦੱਸਿਆ, ਮਹਾਰਾਜ ਮੈਂ ਆਪਣਾ ਪੁੱਤਰ ਵੇਚਣ ਚੱਲਾ, ਜਿੰਨੀ ਮਾਇਆ ਮਿਲੇਗੀ ਉਹ ਵਧੀਆ ਅੰਨ ਲਿਆ ਕੇ ਤੁਹਾਨੂੰ ਪ੍ਰਸ਼ਾਦਾ ਛਕਾਵਾਂਗੇ। ਮਹਾਰਾਜ ਨੇ ਉਸ ਬੱਚੇ ਦੀ ਬਾਂਹ ਫੜੀ, ਉਹਨੂੰ ਪੁੱਛਿਆ ਵੀ ਤੂੰ ਵਿਕਣ ਚੱਲਾ, ਕੀ ਕਰੇਂਗਾ? ਉਹਨੇ ਸਾਰੀ ਗੱਲ ਦੱਸੀ ਵੀ ਮੈਂ ਆਪਣੇ ਮਾਲਕ ਦੀ ਸੇਵਾ ਕਰਾਂਗਾ। ਉਹਦੇ ਬਚਨ, ਉਹਦੀਆਂ ਗੱਲਾਂ ਸੁਣ ਕੇ ਕਿ ਮੈਂ ਆਪਣੇ ਮਾਲਕ ਦੀ ਆਗਿਆ ਦੇ ਵਿੱਚ ਰਵਾਂਗਾ, ਉਹਦੀਆਂ ਗੱਲਾਂ ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬੈਰਾਗ ਦੇ ਵਿੱਚ ਮਾਰੂ ਰਾਗ ਵਿੱਚ ਸ਼ਬਦ ਉਚਾਰਿਆ ਜੀ। ਉਹ ਸ਼ਬਦ ਆਪ ਜੀ ਨੇ ਅੱਖਰੀ ਅਰਥ ਪਿਛਲੇ ਦਿਨਾਂ ਵਿੱਚ ਸਰਵਣ ਕੀਤੇ ਸਨ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ। ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਰਹਾਓ, ਮਾਂ ਲਾਲੀ ਪਿਓ ਲਾਲਾ ਮੇਰਾ, ਹਉ ਲਾਲੇ ਕਾ ਜਾਇਆ, ਲਾਲੀ ਨਾਚੈ ਲਾਲਾ ਗਾਵੈ, ਭਗਤ ਕਰੋ ਤੇਰੀ ਰਾਇਆ। ਪੀਏ ਤਾਂ ਪਾਣੀ ਆਣੀ ਹੀ ਮੀਰਾ, ਖਾਹੇ ਤਾਂ ਪੀਸਣ ਜਾਓ, ਪੱਖਾ ਫੇਰੀ ਪੈਰ ਮਲੋਵਾ, ਜਪਤ ਰਹਾ ਤੇਰਾ ਨਾਉ। ਲੂਣ ਹਰਾਮੀ ਨਾਨਕ ਲਾਲਾ, ਬਖਸ਼ਹਿ ਤੁਧ ਵਡਿਆਈ, ਆਦ ਜੁਗਾਦ ਦਇਆ ਪਤ ਦਾਤਾ, ਤੁਧ ਬਿਨ ਮੁਕਤ ਨਾ ਪਾਈ। ਗੱਜ ਕੇ ਆਖੋ ਸਤਨਾਮ। ਸਾਰੇ ਸ਼ਬਦ ਦੇ ਅੱਖਰੀ ਅਰਥ ਵੀ ਆਪ ਜੀ ਨੇ ਸਰਵਣ ਕੀਤੇ। ਕਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਆਪ ਨੂੰ ਉਸ ਮਾਲਕ ਅਕਾਲ ਪੁਰਖ ਜੀ ਦਾ ਮੁੱਲ ਖਰੀਦਿਆ ਹੋਇਆ ਸੇਵਕ ਆਖਿਆ ਜੀ।
ਬੜੀ ਨਿਮਰਤਾ ਵਾਲੇ ਬੋਲ ਮਹਾਰਾਜ ਨੇ ਬੋਲੇ। ਸਿੱਖੀ ਦੀ ਜਿਹੜੀ ਪੜ੍ਹਾਈ ਹੈ ਬੜੀ ਨਿਮਰਤਾ ਵਾਲੀ ਹੈ। ਇਹ ਗੱਲ ਵੱਖਰੀ ਹੈ, ਸਾਡੇ ਕੋਲੋਂ ਨਹੀਂ ਪੜ੍ਹੀ ਜਾਂਦੀ, ਭਾਵ ਸਾਡੇ ਕੋਲ ਪੂਰਨ ਤੌਰ 'ਤੇ ਸਿੱਖੀ ਨਹੀਂ ਕਮਾਈ ਜਾਂਦੀ। ਉਂਝ ਸਿੱਖੀ ਦੀ ਪੜ੍ਹਾਈ ਬੜੀ ਨਿਮਰਤਾ ਵਾਲੀ ਹੈ, ਬੜੀ ਨਿਮਰਤਾ ਵਾਲੀ ਹੈ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਹਜ਼ੂਰ ਮਹਾਰਾਜ ਨੇ ਨਿਮਰਤਾ ਭਰੇ ਬੋਲ ਬੋਲੇ ਆ, ਸ਼ਬਦ ਉਚਾਰਿਆ। ਇਹ ਬਚਨ ਕਰਕੇ ਮਹਾਰਾਜ ਨੇ ਉਸ ਬੱਚੇ ਨੂੰ ਆਪਣੇ ਸੀਨੇ ਨਾਲ ਲਾਇਆ ਤੇ ਗਰੀਬ ਨਵਾਜ਼ ਜੀ ਨੇ 9 ਨਿਧੀਆਂ ਤੇ 18 ਸਿੱਧੀਆਂ ਉਹਨਾਂ ਨੂੰ ਦੇ ਦਿੱਤੀਆਂ ਜੀ। ਖਜ਼ਾਨੇ ਦੇ ਦਿੱਤੇ, 4 ਪਦਾਰਥ ਦੇ ਦਿੱਤੇ ਉਸ ਬੱਚੇ ਨੂੰ, ਉਹਦੇ ਪਿਤਾ ਨੂੰ ਤੇ ਉਹਦੀ ਮਾਤਾ ਨੂੰ। ਤਿੰਨਾਂ ਦੀ ਸਿੱਖੀ ਵੇਖ ਕੇ, ਪਿਆਰ ਵੇਖ ਕੇ ਹਜ਼ੂਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਤਿੰਨਾਂ ਨੂੰ ਜੀਵਨ ਮੁਕਤੀ ਕਰ ਦਿੱਤਾ ਜੀ। ਜੀਵਨ ਮੁਕਤ ਕਰ ਦਿੱਤਾ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ। ਸੋ ਅੱਗੋਂ ਮਹਾਰਾਜ ਇੱਕ ਪਿੰਡ ਵਿੱਚ ਪਹੁੰਚੇ ਆ। ਉਸ ਪਿੰਡ ਦਾ ਪ੍ਰਸੰਗ ਹੁਣ ਆਪਾਂ ਨੇ ਸਰਵਣ ਕਰਨਾ ਹੈ। ਇੱਕ ਸਿੱਖ ਰਹਿੰਦਾ ਹੈ ਉਸ ਪਿੰਡ ਵਿੱਚ। ਉਚੇਚਾ ਮਹਾਰਾਜ ਉਹਦਾ ਭਲਾ ਕਰਨ ਵਾਸਤੇ ਉਹਦੇ ਘਰ ਵਿੱਚ ਗਏ ਆ। ਕੋਈ ਵੀ ਸੰਤ ਮਹਾਤਮਾ ਉਹਦੇ ਘਰ ਵਿੱਚ ਆਉਂਦਾ, ਉਹ ਇਹੋ ਹੀ ਸਵਾਲ ਸਭ ਨੂੰ ਪੁੱਛਦਾ, ਸੰਤਾਂ ਨੂੰ ਮਿਲਣ ਦਾ ਕੀ ਲਾਭ ਹੈਗਾ, ਸੰਤਾਂ ਦੀ ਸੰਗਤ ਦਾ ਕੀ ਫਾਇਦਾ ਹੈਗਾ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵੀ ਉਹ ਪੁੱਛ ਰਿਹਾ। ਉਹ ਹੁਣ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰਾਂਗੇ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਕਿਰਪਾ ਕਰਕੇ ਦੱਸਦੇ ਆ, ਤੇ ਨਿਰਾ ਦੱਸਦੇ ਹੀ ਨਹੀਂ ਹੈਗੇ, ਗੁਰੂ ਨਾਨਕ ਸਾਹਿਬ ਵਿਖਾ ਵੀ ਦਿੰਦੇ ਸਾਰਾ ਕੁਛ ਜੀ। ਆਮ ਬੰਦਾ ਸੰਗਤ ਜੀ ਦੱਸਣ ਜੋਗਾ ਹੀ ਹੁੰਦਾ ਜੀ, ਵਿਖਾਉਣ ਜੋਗਾ ਨਹੀਂ ਹੁੰਦਾ ਜੀ। ਕਮਾਈ ਵਾਲੇ ਸਮਰੱਥ ਪੁਰਸ਼ ਜਿਹੜੇ ਹੁੰਦੇ ਆ, ਧੰਨ ਗੁਰੂ ਨਾਨਕ ਸਾਹਿਬ ਸਰਬ ਕਲਾ ਸਮਰੱਥ, ਮਹਾਰਾਜ ਨੇ ਵਿਖਾ ਵੀ ਦੇਣਾ ਉਹਨੂੰ ਵੀ ਸੰਤਾਂ ਦੀ ਸੰਗਤ ਦਾ ਲਾਭ ਕੀ ਹੈ। ਸੋ ਆਓ ਆਪਾਂ ਬੜੇ ਪਿਆਰ ਦੇ ਨਾਲ ਗੁਰੂ ਜੀ ਦੀ ਕਥਾ ਸਰਵਣ ਕਰੀਏ। ਸਾਰੀ ਸਿੱਖ ਸੰਗਤ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਹੈ ਬਨਾਏ ਅਨੇਕ ਵਿਧ, ਮੇਰੀ ਨਿਸ਼ਾ ਨਾ ਹੋਏ। ਉਹ ਸਿੱਖ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗਾ, ਕਹਿੰਦਾ ਮਹਾਰਾਜ ਬੜੇ ਸੰਤ ਆਏ ਮੇਰੇ ਘਰ ਵਿੱਚ, ਬੜਿਆਂ ਨੇ ਸੰਤਾਂ ਦੀ ਸੰਗਤ ਦਾ ਲਾਭ ਦੱਸਿਆ, ਪਰ ਮੇਰੀ ਨਿਸ਼ਾ ਨਹੀਂ ਹੋਈ, ਮੇਰੀ ਤਸੱਲੀ ਨਹੀਂ ਹੋਈ ਜੀ। ਉਹਦਾ ਕਾਰਨ ਹੈ ਕਿ ਸੰਗਤ ਜੀ ਸੁਣਿਆ ਸੁਣਾਇਆ ਬੰਦੇ ਨੂੰ ਤਸੱਲੀ ਨਹੀਂ ਹੁੰਦੀ। ਕਲਯੁਗ ਦਾ ਸਮਾਂ ਉਹਨਾਂ ਚਿਰ ਤੱਕ ਬੰਦੇ ਨੂੰ ਤਸੱਲੀ ਨਹੀਂ ਹੁੰਦੀ ਜਿੰਨਾ ਚਿਰ ਤੱਕ ਬੰਦਾ ਆਪਣੀਆਂ ਅੱਖਾਂ ਨਾਲ ਕੁਝ ਵਰਤਦਾ ਵੇਖ ਨਾ ਲਵੇ ਜੀ। ਸੋ ਇਹ ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਮੇਰੀ ਤਸੱਲੀ ਨਹੀਂ ਹੋਈ। ਪੂਰਨ ਸਤਿਗੁਰ ਆਪ ਹੋ, ਵਾਹਿਗੁਰੂ। ਦੀਜੈ ਸੋਏ। ਹੇ ਮਹਾਰਾਜ ਸੱਚੇ ਪਾਤਸ਼ਾਹ, ਮਹਾਰਾਜ ਆਪ ਜੀ ਪੂਰਨ ਸਤਿਗੁਰੂ ਹੋ, ਆਪ ਕਿਰਪਾ ਕਰਕੇ ਮੈਨੂੰ ਉੱਤਰ ਦਿਓ, ਮੇਰੇ ਤੇ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ। ਚੌਪਈ ਕਰੁਣਾ ਨਿਤ ਇਉ ਬਚਨ ਉਚਾਰਾ। ਉਹਦੀਆਂ ਗੱਲਾਂ ਸੁਣ ਕੇ ਕਿਰਪਾ ਦੇ ਖਜ਼ਾਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਇਸ ਤਰ੍ਹਾਂ ਕਹਿਣ ਲੱਗੇ। ਹਾਂਜੀ। ਚਾਵਹੁ ਬੜੀ ਉਜਾੜ ਮਝਾਰਾ। ਮਹਾਰਾਜ ਨੇ ਉਹਨੂੰ ਸਾਰੀ ਗੱਲ ਦੱਸੀ। ਮਹਾਰਾਜ ਕਹਿੰਦੇ ਉਹ ਵੱਡੀ ਉਜਾੜ ਜਿੱਥੇ ਕੋਈ ਮਨੁੱਖ ਨਹੀਂ ਵਸਦਾ, ਜੰਗਲ ਹੈ ਜਿੱਥੇ। ਹਾਂਜੀ। ਤਾਹਾਂ ਤਰੋਵਰ ਏਕ ਸੁਹਾਏ। ਮਹਾਰਾਜ ਕਹਿੰਦੇ ਉੱਥੇ ਜਾ ਤੇ ਤਾਹਾਂ ਤਰੋਵਰ ਏਕ ਸੁਹਾਏ। ਉੱਥੇ ਇੱਕ ਦਰਖਤ ਬੜਾ ਵੱਡਾ ਜੰਗਲ ਦੇ ਵਿੱਚ। ਹਾਂਜੀ। ਵਾਹਿਗੁਰੂ ਕਹਿ ਬੈਠੋ ਜਾਏ। ਮਹਾਰਾਜ ਕਹਿਣ ਲੱਗੇ ਉੱਥੇ ਜਾ, ਉਸ ਦਰਖਤ ਦੇ ਹੇਠਾਂ ਬੈਠ ਜਾ, ਪਰ ਬੈਠਣ ਲੱਗਿਆ ਵਾਹਿਗੁਰੂ ਬੋਲੀ। ਗੱਜ ਕੇ ਆਖੋ ਵਾਹਿਗੁਰੂ। ਫਿਰ ਕਹੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਵਾਹਿਗੁਰੂ ਕਹਿ ਕੇ ਉਸ ਦਰਖਤ ਦੇ ਹੇਠਾਂ ਬੈਠ ਜਾਈ। ਹਾਂਜੀ। ਇਹ ਤੇ ਨਿਸ਼ਾ ਹੋਏ ਹੈ ਤੇਰੀ। ਬਸ ਫਿਰ ਉੱਥੇ ਜਾ ਕੇ ਤੇਰੀ ਤਸੱਲੀ ਹੋ ਜਾਏਗੀ। ਮਹਾਰਾਜ ਕਹਿੰਦੇ ਉੱਥੇ ਜਾ ਕੇ ਤਸੱਲੀ ਹੋ ਜਾਏਗੀ। ਹਾਂਜੀ। ਸੁਣ ਕੇ ਗਇਓ ਉਜਾਸ ਹੋਏਰੀ। ਉਹ ਸੁਣ ਕੇ ਉਧਰ ਗਿਆ ਜਿੱਧਰ ਮਹਾਰਾਜ ਨੇ ਆਖਿਆ ਸੀ, ਜਾ ਕੇ ਉਹਨੇ ਉਂਝ ਹੀ ਉਹ ਉਜਾੜ ਵੇਖੀ ਜੀ। ਹਾਂਜੀ। ਪਾਇਓ ਬਿਰਖ ਬਤਾਇਓ ਜਿਹਵਾ। ਵਾਹਿਗੁਰੂ ਉਹ ਉਜਾੜ ਸੀਗੀ ਸਾਰੀ, ਆਸੇ ਪਾਸੇ ਕੋਈ ਨਹੀਂ ਸੀ, ਤੇ ਉੱਥੇ ਇੱਕ ਰੁੱਖ ਸੀਗਾ ਬੜਾ ਵੱਡਾ ਜੀ। ਜਿੱਥੇ ਮਹਾਰਾਜ ਨੇ ਆਖਿਆ ਨਾ ਉੱਥੇ ਐ ਰੁੱਖ ਸੀਗਾ ਜੀ। ਹਾਂਜੀ।
ਵਾਹਿਗੁਰੂ ਕਹਿ ਬੈਠਿਓ ਤਿਹਵਾ। ਜਦੋਂ ਇਸ ਸਿੱਖ ਨੇ ਜਾ ਕੇ ਉਹ ਰੁੱਖ ਵੇਖਿਆ ਤੇ ਉਸ ਰੁੱਖ ਦੇ ਹੇਠਾਂ ਬੈਠ ਗਿਆ ਤੇ ਬੈਠਣ ਲੱਗਿਆ ਇਹਨੇ ਬੋਲਿਆ ਵਾਹਿਗੁਰੂ। ਵਾਹਿਗੁਰੂ ਬੋਲ ਕੇ ਉਸ ਰੁੱਖ ਦੇ ਹੇਠਾਂ ਬੈਠ ਗਿਆ। ਤਰ ਪਰ ਦੇਖੇ ਬਾਇਸ ਦੋ। ਇਹਨੇ ਕੀ ਵੇਖਿਆ ਜੀ? ਉਸ ਰੁੱਖ ਤੇ ਦੋ ਕਾਂ ਬੈਠੇ ਹੋਏ ਸੀਗੇ ਜੀ, ਕਾਂ। ਹਾਂਜੀ, ਦਰਸ਼ਨ ਕਰ ਇਸ ਭੇ ਬਖਸ਼ੋ। ਇਹਨੇ ਜਦੋਂ ਉੱਪਰ ਵੇਖਿਆ, ਕਾਵਾਂ ਨੇ ਇਹਦੇ ਵੱਲ ਵੇਖਿਆ ਤੇ ਇਹ ਵੇਖ ਕੇ ਹੈਰਾਨ ਹੋ ਗਿਆ। ਉਹ ਜਿਹੜੇ ਕਾਂ ਸੀ ਨਾ, ਕਾਂ, ਉਹ ਇਹਨੂੰ ਵੇਖ ਕੇ ਤੇ ਕਾਂ ਕਾਂ ਨਾ ਰਹੇ ਤੇ ਕਾਵਾਂ ਦਾ ਰੰਗ ਬਦਲ ਗਿਆ ਤੇ ਕਾਂ ਬਗਲੇ ਬਣ ਗਏ ਜੀ। ਕਾਂ ਦਾ ਕਿਹੜਾ ਰੰਗ ਹੁੰਦਾ ਜੀ? ਕਾਲਾ। ਤੇ ਬਗਲਾ ਚਿੱਟਾ ਰੰਗ ਦਾ ਹੁੰਦਾ, ਬਗਲਾ ਚਿੱਟੇ ਰੰਗ ਦਾ ਹੁੰਦਾ ਜੀ। ਤੇ ਮੇਰਾ ਰੰਗ ਹੀ ਨਹੀਂ, ਸਰੀਰ ਹੀ ਬਦਲਿਆ ਕਿ ਇੱਕ ਹਿਸਾਬ ਦਾ ਪੂਰਾ। ਉਹ ਬਗਲੇ ਬਣ ਗਏ ਜੀ ਦੋਵੇਂ। ਹਾਂਜੀ, ਕੀਤਿਕ ਦੇਰ ਬੈਠਿਓ ਹਟ ਆਇਓ। ਪਰ ਕਮਾਈ ਇੰਨੀ ਨਹੀਂ ਸੀ, ਇਸ ਗੱਲ ਦੀ ਸੋਝੀ ਨਾ ਪਈ ਵੀ ਕੀ ਖੇਡ ਵਰਤੀ ਹੈ। ਕੁਝ ਸਮਾਂ ਉੱਥੇ ਬੈਠਾ ਤੇ ਬੈਠ ਕੇ ਵਾਪਸ ਆ ਗਿਆ ਜੀ। ਹਾਂਜੀ, ਸ਼੍ਰੀ ਗੁਰਸੋ ਅਸ ਬੈਨ ਅਲਾਇਓ। ਆ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਹ ਇਸ ਤਰ੍ਹਾਂ ਕਹਿਣ ਲੱਗਾ। ਜਹ ਤੁਮ ਭੇਜਿਓ ਤਹਾਂ ਸਿਧਾਇਓ। ਕਹਿਣ ਲੱਗਾ ਜੀ, ਜਿੱਧਰ ਤੁਸੀਂ ਮੈਨੂੰ ਭੇਜਿਆ ਮੈਂ ਉਧਰ ਗਿਆ ਸਾਂ। ਹਾਂਜੀ, ਕੋਏ ਨਾ ਮਿਲਿਓ ਨਾ ਉੱਤਰ ਪਾਇਓ। ਪਰ ਮੇਰਾ ਪ੍ਰਸ਼ਨ ਤੇ ਉੱਥੇ ਹੀ ਹੈ। ਤੁਹਾਡੇ ਆਖਿਆ ਮੈਂ ਚਲੇ ਤੇ ਗਿਆ, ਪਰ ਮੇਰਾ ਪ੍ਰਸ਼ਨ ਉੱਥੇ ਹੀ ਹੈ, ਸੰਤਾਂ ਨੂੰ ਮਿਲਣ ਦਾ ਕੀ ਲਾਭ ਹੈਗਾ? ਉੱਥੇ ਤੇ ਕੋਈ ਮਨੁੱਖ ਹੀ ਨਹੀਂ ਮਿਲਿਆ ਤੇ ਦੱਸਣਾ ਕਿੰਨੇ ਸੀ ਮੈਨੂੰ? ਹਾਂਜੀ, ਪ੍ਰਭ ਭਾਖਿਓ ਪ੍ਰਭਾਤ ਬਹੋਰੀ। ਤੇ ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਸੰਗਤ ਜੀ, ਮੈਂ ਅੱਗੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ, ਅੱਗੇ ਗੁਰੂ ਸਾਹਿਬ ਕਿਹੜੇ ਅਧੂਰੇ ਹੈ ਵੀ ਮਹਾਰਾਜ ਕਿਤੇ ਅਧੂਰੇ ਹੈ? ਮਹਾਰਾਜ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਕੋਈ ਗੱਲ ਨਹੀਂ, ਤੂੰ ਕੱਲ ਫੇਰ ਸਵੇਰੇ ਚਲੇ ਜਾਵੀਂ। ਹਾਂਜੀ, ਉੱਤਰ ਇਹੋ ਜਾਏ ਤਿਸ ਠੌਰੀ। ਉਥੇ ਜਾ ਕੇ ਉੱਤਰ ਲੈ ਲਵੀਂ ਉਸੇ ਰੁੱਖ ਦੇ ਹੇਠਾਂ। ਹਾਂਜੀ, ਆਇਸ ਪਾਏ ਗਇਓ ਤਿਹ ਕਾਲਾ। ਸੰਗਤ ਜੀ ਆਰਾਮ ਕੀਤਾ। ਫਿਰ ਅਗਲਾ ਦਿਨ ਚੜ੍ਹਿਆ। ਅਗਲੇ ਦਿਨ ਚੜ੍ਹਨ ਤੇ ਇਹ ਫਿਰ ਸਿੱਖ ਜਿਹੜਾ ਹੈ ਇਹ ਉੱਥੇ ਗਿਆ ਜੀ, ਉਸੇ ਰੁੱਖ ਦੇ ਕੋਲ। ਹਾਂਜੀ, ਵਕ ਦਰਸ਼ਨ ਕਰ ਭਏ ਮਰਾਲਾ। ਤੇ ਜਾ ਕੇ ਉਸ ਰੁੱਖ ਦੇ ਹੇਠਾਂ ਬੈਠ ਗਿਆ ਜੀ। ਜਦੋਂ ਉਹਦੇ ਹੇਠਾਂ ਬੈਠਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਮਿਹਰ ਹੋਈ ਤੇ ਸੰਗਤ ਜੀ ਉਹ ਜਿਹੜੇ ਬਗਲੇ ਸੀ ਨਾ, ਜਿਹੜੇ ਕਾਂ ਤੋਂ ਬਗਲੇ ਬਣੇ ਸੀ, ਉਹ ਇਹਦੇ ਦਰਸ਼ਨ ਕਰਕੇ ਹੰਸ ਬਣ ਗਏ ਜੀ, ਹੰਸ ਬਣ ਗਏ। ਹਾਂਜੀ, ਦੇਖ ਤਹਾਂ ਹਟ ਕਰ ਪੁਨ ਆਵਾ। ਇਹ ਵੇਖ ਕੇ ਆ ਗਿਆ ਵੀ ਅੱਜ ਉਹ ਵਾਕਈ ਹੰਸ ਬਣ ਗਏ। ਪਹਿਲਾਂ ਬਗਲੇ ਸੀਗੇ ਤੇ ਬਗਲਾ ਹੰਸ ਇੱਕੋ ਜਿਹਾ ਹੀ ਲੱਗਦਾ ਜੀ, ਤੇ ਅੱਜ ਉਹ ਹੰਸ ਬਣ ਗਏ ਆ। ਹਾਂਜੀ, ਬੈਠ ਸਮੀਪ ਬਿਰਤੰਤ ਸੁਨਾਵਾ। ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆਇਆ ਜੀ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ, ਕਿਉਂ ਸਿੱਖਾ? ਜਵਾਬ ਮਿਲ ਗਿਆ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਇਹ ਕਹਿਣ ਲੱਗਾ, ਮਹਾਰਾਜ ਜਵਾਬ ਤੇ ਨਹੀਂ ਮਿਲਿਆ, ਪਰ ਜੋ ਵਰਤਿਆ ਉਹ ਮੈਂ ਦੱਸ ਦੇਣਾ ਤੁਹਾਨੂੰ। ਹਾਂਜੀ, ਪੂਰਵ ਦਿਨ ਬਾਇਸ ਬਕ ਹੋਏ। ਪਹਿਲੇ ਦਿਨ ਤੇ ਕਾਂ ਜਿਹੜੇ ਸੀ ਉਹ ਬਗਲੇ ਬਣ ਗਏ ਮਹਾਰਾਜ। ਹਾਂਜੀ, ਆਜ ਮਰਾਲ ਪਿਖੈ ਮੈਂ ਦੋਏ। ਤੇ ਅੱਜ ਜਦੋਂ ਮੈਂ ਗਿਆ ਤੇ ਮੈਨੂੰ ਵੇਖ ਕੇ ਉਹ ਜਿਹੜੇ ਬਗਲੇ ਆ ਉਹ ਹੰਸ ਬਣ ਗਏ ਮਹਾਰਾਜ। ਹਾਂਜੀ, ਕਿਨ ਉੱਤਰ ਦੇ ਨਿਸ਼ਾਨਾ ਹੋਈ। ਉੱਤਰ ਤੇ ਕਿਸੇ ਨੇ ਨਹੀਂ ਦਿੱਤਾ, ਉੱਤਰ ਕਿਸੇ ਨੇ ਨਹੀਂ ਦਿੱਤਾ ਤੇ ਮੇਰੀ ਤਸੱਲੀ ਨਹੀਂ ਹੋਈ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਇਸ ਕੰਮ ਵਾਸਤੇ ਵੀ ਕਮਾਈ ਚਾਹੀਦੀ ਹੈ, ਬਾਣੀ ਚਾਹੀਦੀ ਹੈ, ਭਜਨ ਚਾਹੀਦਾ ਹੈ। ਕਈ ਵਾਰੀ ਬਿਨਾਂ ਕਮਾਈ ਤੋਂ ਬੰਦੇ ਨੂੰ ਬੜੀ ਸੌਖੀ ਗੱਲ ਵੀ ਸਮਝ ਨਹੀਂ ਆਉਂਦੀ।
ਤੇ ਕਮਾਈ ਪੱਲੇ ਹੋਵੇ, ਸ਼ੁਭ ਗੁਣ ਪੱਲੇ ਹੋਣ, ਤੇ ਬੜੀਆਂ ਬੜੀਆਂ ਔਖੀਆਂ ਗੱਲਾਂ ਬੰਦੇ ਨੂੰ ਬੜੀ ਛੇਤੀ ਸਮਝ ਆ ਜਾਂਦੀਆਂ ਜੀ। ਕਹਿਣ ਲੱਗਾ ਮਹਾਰਾਜ ਮੈਨੂੰ ਤੇ ਸਮਝ ਕੁਛ ਨਹੀਂ ਆਈ, ਤਸੱਲੀ ਨਹੀਂ ਹੋਈ ਮੇਰੀ। ਹਾਂਜੀ, ਸੰਸੇ ਵਹਿ ਮਮ ਮਤ ਰਹਿ ਭੀਨੀ। ਮੇਰੀ ਮਤ ਤੇ ਫਿਰ ਸ਼ੱਕ ਵਿੱਚ ਹੀ ਹੈ, ਸੰਸੇ ਵਿੱਚ ਹੀ ਹੈ। ਹਾਂਜੀ, ਸੁਣ ਕਰ ਸ੍ਰੀ ਗੁਰੂ ਗਿਰਾ ਅਲਾਈ। ਤੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਕਹਿਣ ਲੱਗੇ ਇਹਨੂੰ। ਹਾਂਜੀ, ਪੁਨ ਇਸ ਬਾਰ ਜਾਹੋ ਤਿਹ ਥਾਈ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਗੁਰੂ ਸਾਹਿਬ ਨੇ ਕਥਾ ਨਹੀਂ ਕੀਤੀ, ਮਹਾਰਾਜ ਨੇ ਕਥਾ ਨਹੀਂ ਕੀਤੀ। ਮੈਂ ਅੱਗੇ ਇੱਕ ਦਿਨ ਬੇਨਤੀ ਕੀਤੀ ਸੀ ਆਪ ਜੀ ਦੇ ਚਰਨਾਂ ਵਿੱਚ, ਗੁਰੂ ਸਾਹਿਬ ਕਥਾ ਨਹੀਂ ਕਰਦੇ ਮਹਾਰਾਜ, ਤੇ ਫਿਰ ਜੋ ਕਥਾ ਵਿੱਚ ਕਰਨਾ ਹੁੰਦਾ, ਸੁਣਾਉਣਾ ਹੁੰਦਾ, ਉਹ ਵਿਖਾ ਦਿੰਦੇ ਹੈ, ਵਰਤਾ ਦਿੰਦੇ ਹੈ। ਮਹਾਰਾਜ ਇਹਨੂੰ ਵਿਖਾ ਰਹੇ ਆ, ਸੱਚੇ ਪਾਤਸ਼ਾਹ ਵਿਖਾ ਰਹੇ ਆ। ਤੇ ਮਹਾਰਾਜ ਗਰੀਬ ਨਵਾਜ ਕਹਿੰਦੇ ਪੁੰਨ ਇਸ ਬਾਰ ਜਾਹੋ ਤਿਹ ਥਾਈ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਸਿੱਖਾ, ਇੱਕ ਵਾਰ ਹੋਰ ਚਲੇ ਜਾ ਉਸ ਥਾਂ ਤੇ ਕੱਲ ਸਵੇਰੇ। ਹਾਂਜੀ, ਉੱਤਰ ਪਾਏ ਜਾਏ ਤਬ ਸੰਸਾਰ। ਹੁਣ ਇਸ ਵਾਰ ਤੈਨੂੰ ਉੱਤਰ ਮਿਲ ਜਾਏਗਾ। ਮਹਾਰਾਜ ਕਹਿੰਦੇ ਉੱਤਰ ਮਿਲ ਜਾਏਗਾ ਤੇ ਤੇਰੀ ਸ਼ੰਕਾ ਦੂਰ ਹੋ ਜਾਏਗੀ। ਹਾਂਜੀ, ਜਹਾਂ ਵਿਰਾਜਤ ਹੈ ਸੇ ਹੰਸਾ। ਜਿੱਥੇ ਹੰਸ ਬੈਠੇ ਆ, ਜਾ ਮਹਾਰਾਜ ਕਹਿੰਦੇ ਉੱਥੇ ਚਲੇ ਜਾ। ਹਾਂਜੀ, ਗਮਨਿਓ ਉਠ ਪ੍ਰਭਾਤ ਬਹੋਰੀ। ਬਸ ਫਿਰ ਅਗਲੀ ਸਵੇਰ ਹੋਈ ਤੇ ਉਹ ਫਿਰ ਸਾਧ ਸੰਗਤ ਜੀ ਉੱਠਿਆ ਤੇ ਉਸ ਥਾਂ ਤੇ ਚਲੇ ਗਿਆ। ਹੰਸਨ ਦੇਖਿਓ ਜਬ ਇਸ ਓਰੀ। ਵਾਹਿਗੁਰੂ ਕਹਿ ਕੇ ਰੁੱਖ ਦੇ ਹੇਠਾਂ ਬੈਠਿਆ ਜੀਗੇ। ਵਾਹਿਗੁਰੂ ਕਹਿ ਕੇ ਇੱਕ ਵਾਰੀ ਪਿਆਰ ਨਾਲ ਗੱਜ ਕੇ ਕਹੋ ਵਾਹਿਗੁਰੂ। ਵਾਹਿਗੁਰੂ। ਵਾਹਿਗੁਰੂ ਕਹਿ ਕੇ ਉਸ ਥਾਂ ਤੇ ਬੈਠ ਗਿਆ ਜੀ। ਤੇ ਜਦੋਂ ਬੈਠਿਆ ਤੇ ਹੰਸਾਂ ਨੇ ਇਹਨੂੰ ਵੇਖਿਆ ਜੀ, ਤੇ ਇਹਨੂੰ ਵੇਖ ਕੇ ਸੋ ਮਾਨੁਖ ਤਨ ਪੂਰਨ ਹੋਏ। ਗੱਜ ਕੇ ਆਖੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਬਸ ਉਹ ਜਿਹੜੇ ਹੰਸ ਸੀ ਨਾ, ਉਹਨਾਂ ਨੂੰ ਫਿਰ ਮਨੁੱਖਾਂ ਦਾ ਸਰੀਰ ਮਿਲ ਗਿਆ, ਮਨੁੱਖ ਬਣ ਗਏ ਜੀ ਉਹ। ਤਰਕਵਾਦੀ ਬੰਦਾ ਕਹੇਗਾ ਇੰਜ ਕਿਵੇਂ ਹੋ ਸਕਦਾ, ਪਰ ਸੰਗਤ ਜੀ ਇੱਕ ਗੱਲ ਪੱਕੀ ਸੁਣ ਲਓ, ਜਿੱਥੇ ਮੇਰੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਆ ਜੇ, ਉੱਥੇ ਇੰਪੋਸੀਬਲ ਕੁਝ ਨਹੀਂ ਹੈ, ਸਭ ਕੁਝ ਪੋਸੀਬਲ ਹੈ। ਅਸੰਭਵ ਕੁਝ ਵੀ ਨਹੀਂ ਹੈ, ਉੱਥੇ ਸਾਰਾ ਕੁਝ ਸੰਭਵ ਹੈ। ਹਾਂਜੀ, ਬੈਠੇ ਤਰਵਰ ਕੇ ਤਰ ਦੋਏ। ਉਹ ਦੋਵੇਂ ਫਿਰ ਬ੍ਰਿਛ ਦੇ ਹੇਠਾਂ ਆ ਕੇ ਬੈਠ ਗਏ ਜੀ। ਹਾਂਜੀ, ਜਾਏ ਨਿਕਟ ਕਹਿ ਪੈਰੀ ਪਾਨਾ। ਉਹਨਾਂ ਮਨੁੱਖਾਂ ਨੇ ਪਤਾ ਕੀ ਕੀਤਾ ਜੀ, ਉਹਨਾਂ ਮਨੁੱਖਾਂ ਨੇ ਉਸ ਸਿੱਖ ਦਾ ਸਤਿਕਾਰ ਕੀਤਾ ਜੀ, ਪੈਰੀ ਪੈਨਾ ਆਖਿਆ ਜੀ। ਹਾਂਜੀ, ਬੈਠਿਓ ਤਹਿ ਸੋ ਬਚਨ ਬਖਾਨਾ। ਉਹ ਬੈਠ ਕੇ ਲਾਗੇ ਜੀ ਆ ਕੇ, ਤੇ ਫਿਰ ਸਿੱਖ ਨੇ ਅੱਗੋਂ ਉਹਨਾਂ ਨੂੰ ਸਵਾਲ ਕੀਤਾ। ਸਾਧ ਮਿਲੇ ਕੋ ਫਲ ਕਿਆ ਹੋਈ। ਗੱਜ ਕੇ ਆਖੋ ਵਾਹਿਗੁਰੂ। ਕਹਿਣ ਲੱਗਾ ਜੀ ਸਾਧੂ ਮਿਲਣ ਦਾ, ਸੰਤ ਨੂੰ ਮਿਲਣ ਦਾ ਫਲ ਕੀ ਹੈਗਾ? ਕੀ ਫਲ ਹੈ ਜਦੋਂ ਜ਼ਿੰਦਗੀ ਵਿੱਚ ਸੰਤ ਮਿਲਦਾ? ਕੀ ਪ੍ਰਾਪਤ ਹੁੰਦਾ ਬੰਦੇ ਨੂੰ? ਹਾਂਜੀ, ਮੋਹੇ ਬਤਾਏ ਦੀਜੀਐ ਸੋਈ। ਮੈਨੂੰ ਕਿਰਪਾ ਕਰਕੇ ਦੱਸ ਦੇਵੋ। ਸੁਣ ਤਿਨ ਬਚਨ ਉਚਾਰੇ। ਤੇ ਫਿਰ ਕੀ ਸੀ ਪਿਆਰਿਓ, ਉਹਨਾਂ ਨੇ ਆਪਣੇ ਕੰਨਾਂ ਨਾਲ ਸਿੱਖ ਦਾ ਸਵਾਲ ਸੁਣਿਆ ਤੇ ਫਿਰ ਸਿੱਖ ਨੂੰ ਜਵਾਬ ਦਿੱਤਾ ਜੀ। ਹਾਂਜੀ, ਅਬ ਲਓ ਮਨ ਨੇ ਨਿਸ਼ਾ ਤੁਮਹਾਰੇ। ਕਹਿਣ ਲੱਗੇ ਅਜੇ ਤੱਕ ਤੈਨੂੰ ਤਸੱਲੀ ਨਹੀਂ ਹੋਈ, ਤੈਨੂੰ ਅਜੇ ਤੱਕ ਤਸੱਲੀ ਨਹੀਂ ਹੋਈ। ਕਹਿਣ ਲੱਗੇ ਹਾਂਜੀ, ਪੂਰਬ ਬਾਇਸ ਦੇਹ ਹਮਾਰਾ। ਕਹਿਣ ਲੱਗੇ ਵੇਖ, ਉਹ ਅਸੀਂ ਸਾਂ ਜਿਹੜੇ 3 ਕੁ ਦਿਨ ਪਹਿਲਾਂ ਕਾਂ ਸਾਂ। ਕਹਿਣ ਲੱਗੇ ਪਹਿਲਾਂ ਸਾਡਾ ਸਰੀਰ ਕਾਵਾਂ ਵਾਲਾ ਸੀਗਾ। ਹਾਂਜੀ, ਬਕ ਹੋਏ ਤਬ ਦਰਸ ਨਿਹਾਰਾ। ਪਰ ਉਹ ਕਹਿੰਦੇ ਤੇਰੇ ਦਰਸ਼ਨ ਕਰਕੇ, ਤੇਰੇ ਦਰਸ਼ਨ ਕਰਕੇ
ਸਾਡਾ ਸਰੀਰ ਕਾਂ ਦਾ ਨਹੀਂ ਰਿਹਾ ਤੇ ਸਾਡਾ ਰੰਗ ਵੀ ਚਿੱਟਾ ਹੋ ਗਿਆ, ਅਸੀਂ ਬਗਲਿਆਂ ਵਾਲਾ ਸਰੀਰ ਹੋ ਗਿਆ ਸਾਡਾ। ਹਾਂਜੀ, ਤੁਮ ਕਰੁਣਾ ਪੁਨ ਭਏ ਮਰਾਲਾ। ਪਰ ਸਾਨੂੰ ਫਿਰ ਤੇਰੇ ਦਰਸ਼ਨ ਹੋਏ ਤੇ ਤੇਰੇ ਦਰਸ਼ਨਾਂ ਦੇ ਨਾਲ ਅਸੀਂ ਬਗਲੇ ਤੋਂ ਹੰਸ ਬਣ ਗਏ। ਹਾਂਜੀ, ਦੇ ਦਰਸ ਤੁਮ ਕਰੇ ਨਿਹਾਲਾ। ਗੱਜ ਕੇ ਆਖੋ ਵਾਹਿਗੁਰੂ। ਪਰ ਉਹ ਕਹਿਣ ਲੱਗੇ ਤੂੰ ਫਿਰ ਸਾਨੂੰ ਦਰਸ਼ਨ ਦੇਣ ਆ ਗਿਆ ਇੱਥੇ, ਸਾਨੂੰ ਫਿਰ ਤੂੰ ਦਰਸ਼ਨ ਦਿੱਤੇ, ਨਿਹਾਲ ਕੀਤਾ। ਪੁਨ ਆਇਓ ਹੋਏ ਨਰ ਨਾਰੀ। ਤੇ ਬਸ ਫਿਰ ਕੀ ਸੀ, ਫਿਰ ਤੇਰੇ ਦਰਸ਼ਨ ਕਰਕੇ ਸਾਡਾ ਹੰਸਾਂ ਵਾਲਾ ਸਰੀਰ ਵੀ ਨਹੀਂ ਰਿਹਾ, ਸਾਡੀ ਦੇਹ ਪਲਟ ਗਈ ਤੇ ਇਸਤਰੀ ਤੇ ਪੁਰਸ਼ ਦਾ ਸਰੀਰ ਬਣ ਗਿਆ ਸਾਡਾ। ਇਸਤਰੀ ਤੇ ਪੁਰਸ਼ ਦਾ ਸਰੀਰ ਬਣ ਗਿਆ ਜੀ, ਦੋਵੇਂ ਜੀ ਸਨ ਜੀ ਉਹ। ਹਾਂਜੀ, ਸਾਧ ਮਿਲੇ ਫਲ ਲਿਹੋ ਵਿਚਾਰੀ। ਗੱਜ ਕੇ ਆਖੋ ਵਾਹਿਗੁਰੂ। ਬਸ ਇਹੋ ਹੀ ਉਹ ਸਾਧੂ ਦੇ ਦਰਸ਼ਨ ਦਾ ਫਲ, ਇਹੋ ਹੀ ਉਹ ਸਾਧੂ ਦੇ ਦਰਸ਼ਨ ਦਾ ਫਲ। ਹਾਂਜੀ, ਧੰਨ ਧੰਨ ਹੈ ਸਤਿਗੁਰ ਤੇਰੇ। ਹਾਂਜੀ, ਹੋਏ ਪਤਿਤ ਪਾਵਨ ਜਿਨਹੇਰੇ। ਕਹਿਣ ਲੱਗਾ ਜੀ ਮੈਂ ਸਮਝਿਆ ਨਹੀਂ। ਕਹਿਣ ਲੱਗੇ ਫਿਰ ਸੁਣ ਲੈ, ਜਿਹੜੇ ਤੇਰੇ ਘਰ ਵਿੱਚ ਬੈਠੇ ਆ ਨਾ, ਤੇਰੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਉਹ ਧੰਨ ਨੇ, ਉਹ ਧੰਨ ਨੇ। ਉਹਨਾਂ ਵਿੱਚ ਇੰਨੀ ਵੱਡੀ ਤਾਕਤ ਹੈ, ਉਹਨਾਂ ਦੇ ਦਰਸ਼ਨ ਕਰਕੇ ਬੜੇ ਬੜੇ ਪਾਪੀ ਵੀ ਪਵਿੱਤਰ ਹੋ ਜਾਂਦੇ ਹਨ। ਗੱਜ ਕੇ ਆਖੋ ਸਤਨਾਮ। ਸ੍ਰੀ ਵਾਹਿਗੁਰੂ। ਉਹਨਾਂ ਦੇ ਦਰਸ਼ਨ ਕਰਕੇ, ਦਰਸ਼ਨ ਪਰਸਿਆ ਗੁਰੂ ਕੈ 68 ਮੱਜਨ ਹੋਏ। 68 ਤੀਰਥਾਂ ਦਾ ਇਸ਼ਨਾਨ ਦਾ ਫਲ ਮਿਲਦਾ ਜੇ ਜਦੋਂ ਮਹਾਰਾਜ ਦੇ ਦਰਸ਼ਨ ਹੋ ਜਾਣ। ਕਹਿੰਦੇ ਉਹਨਾਂ ਦੇ ਦਰਸ਼ਨ ਕਰਕੇ ਪਾਪੀ ਵੀ ਜਿਹੜੇ ਆ ਨਾ, ਉਹ ਪਤਿਤ ਹੋ ਜਾਂਦੇ। ਵਾਹਿਗੁਰੂ, ਉਹ ਪਵਿੱਤਰ ਹੋ ਜਾਂਦੇ ਆ, ਪਤਿਤ ਪਵਿੱਤਰ ਹੋ ਜਾਂਦੇ ਹਨ। ਤੇ ਸੰਗਤ ਜੀ ਉਹਨਾਂ ਸਮਝਾਇਆ, ਕਹਿੰਦੇ ਵੇਖ ਸਾਧੂ ਦੇ ਦਰਸ਼ਨਾਂ ਦਾ ਫਲ, ਤੂੰ ਕਿਤੇ ਗੁਰੂ ਸਾਹਿਬ ਦੇ ਦਰਸ਼ਨ ਤੇ ਤੂੰ ਭਾਈ ਇੰਨੇ ਭਾਗਾਂ ਵਾਲਾ ਬਣ ਗਿਆ, ਅਸੀਂ ਤੇਰੇ ਦਰਸ਼ਨ ਕਰਕੇ ਸਾਡੇ ਸਰੀਰ ਬਦਲ ਗਏ। ਕਹਿਣ ਲੱਗੇ ਅੱਜ ਅਸੀਂ ਗੁਰੂ ਜੀ ਦੇ ਦਰਸ਼ਨ ਨਹੀਂ ਕੀਤੇ, ਤੇਰੇ ਹੀ ਕੀਤੇ ਆ। ਹੁਣ ਇਹਦਾ ਭਾਵ ਸਮਝਿਓ। ਇੱਥੇ ਗੱਲ ਟਾਈਮ ਮੰਗਦੀ ਹੈ, ਮੈਂ ਤਾਂ ਬੇਨਤੀ ਕਰਨ ਲੱਗਾ। ਸੰਗਤ ਜੀ, ਗੁਰੂ ਸਾਹਿਬ ਤੇ ਬੜੇ ਵੱਡੇ ਆ। ਜਿਹੜਾ ਗੁਰੂ ਸਾਹਿਬ ਦੇ ਸਿੱਖਾਂ ਦੇ ਕੋਲ ਵੀ ਬਹਿ ਜਾਂਦਾ, ਉਹਦਾ ਵੀ ਭਲਾ ਹੋ ਜਾਂਦਾ ਜੇ। ਸਾਧੂ ਬੜਾ ਵੱਡਾ, ਪਰ ਜਿਹੜਾ ਸਾਧੂ ਦੇ ਕੋਲ ਆ ਕੇ ਬਹਿ ਜੇ, ਉਹਦੇ ਵੀ ਕੋਈ ਦਰਸ਼ਨ ਕਰ ਲਵੇ, ਉਹਦਾ ਵੀ ਭਲਾ ਹੋ ਜਾਂਦਾ, ਉਹਦਾ ਵੀ ਭਲਾ ਹੋ ਜਾਂਦਾ। ਮਹਾਰਾਜ ਨੇ ਬਾਣੀ ਵਿੱਚ ਬੜੀਆਂ ਥਾਵਾਂ ਤੇ ਐਸੀ ਗੱਲ ਆਖੀ ਹੈ, ਔਰ ਐਸੇ ਬਚਨ ਵੀ ਗੁਰੂ ਅਰਜਨ ਸਾਹਿਬ ਨੇ ਕੀਤੇ ਆ, ਗੁਰਮੁਖੋ ਸੰਤਾਂ ਦੇ ਕੋਈ ਦਰਸ਼ਨ ਕਰ ਲਵੇ, ਹੋਵੇ ਸੰਤ, ਹੋਵੇ ਸਾਧੂ, ਹੋਵੇ ਕਮਾਈ ਵਾਲਾ, ਉਹਦੇ ਦਰਸ਼ਨ ਕਰਕੇ ਮਿਹਨਤ ਦੀ ਲੋੜ ਨਹੀਂ ਪੈਂਦੀ, ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ, ਬੰਦਾ ਵੈਸੇ ਹੀ ਨਿਹਾਲ ਹੋ ਜਾਂਦਾ ਹੈ। ਸਤਿਗੁਰੂ ਜੀ ਦੀ ਬਾਣੀ ਦਾ ਬਚਨ ਚ, ਸਾਧ ਕੈ ਸੰਗ ਨਹੀਂ ਕਛ ਕਹਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧੂ ਦੀ ਸੰਗਤ ਕਰਕੇ ਸੰਗਤ ਦੀ ਮਿਹਨਤ ਨਹੀਂ ਕਰਨੀ ਪੈਂਦੀ, ਘਾਲਣਾ ਨਹੀਂ ਘਾਲਣੀ ਪੈਂਦੀ, ਦਰਸ਼ਨ ਕਰਕੇ ਹੀ ਬੰਦਾ ਨਿਹਾਲ ਹੋ ਜਾਂਦਾ। ਨਿਹਾਲ ਹੋਣ ਵਾਸਤੇ ਬੰਦਾ ਮਿਹਨਤਾਂ ਕਰਦਾ, ਘਾਲਣਾ ਕਰਦਾ, ਮੇਰਾ ਜੀਵਨ ਚੜ੍ਹਦੀ ਕਲਾ ਵਾਲਾ ਹੋ ਜਾਵੇ। ਸੰਤਾਂ ਦੇ ਕੋਲ ਬੈਠਿਆਂ ਹੀ ਬੜਾ ਕੁਝ ਮਿਲ ਜਾਂਦਾ ਜੀ। ਇਸੇ ਕਰਕੇ ਮਹਾਰਾਜ ਬਾਣੀ ਵਿੱਚ ਕਹਿੰਦੇ, ਮਨ ਮਿਲ ਸੰਤ ਜਨਾ ਸ਼ੁਭਵੰਤੀ। ਸੰਤਾਂ ਨੂੰ ਮਿਲ ਕੇ ਬੰਦਾ ਸ਼ੁਭ ਬਣ ਜਾਂਦਾ ਜੇ। ਗੱਜ ਕੇ ਆਖੋ ਜਿਵੇਂ ਕਿਸੇ ਮਨੁੱਖ ਨੂੰ ਠੰਡ ਲੱਗੀ ਹੈ ਜੀ, ਠੰਡ ਲੱਗ ਰਹੀ ਹੈ ਸਾਨੂੰ, ਸਰੀਰ ਕੰਬ ਰਿਹਾ,
ਤੇ ਉਹਨੇ ਕੁਛ ਨਹੀਂ ਕਰਨਾ, ਉਹਨੇ ਧੁੱਪੇ ਜਾ ਕੇ ਬਹਿਣਾ ਹੀ ਹੈ। ਤੇ ਉਹਨੂੰ ਸੂਰਜ ਦੇ ਜਿਹੜੇ ਕਣ ਹੈ ਨਾ, ਸੂਰਜ ਦੇ ਜਿਹੜੇ ਤੱਤ ਹੈ, ਜਿਹਨੂੰ ਆਪਾਂ ਵਿਟਾਮਿਨ ਡੀ ਕਹਿੰਦੇ ਆ, ਉਹ ਵੈਸੇ ਹੀ ਮਿਲਣਾ ਸ਼ੁਰੂ ਹੋ ਜਾਂਦਾ ਜੀ। ਔਰ ਉਹਦਾ ਸਰੀਰ, ਉਹਦੀ ਚਮੜੀ ਜਿਹੜੀ ਆ ਉਹ ਵਧੀਆ ਹੋ ਜਾਂਦੀ ਜੀ। ਜਿਵੇਂ ਧੁੱਪੇ ਬਹਿਣਾ ਹੀ ਹੈ ਬੰਦੇ ਨੇ, ਤੇ ਸੂਰਜ ਦੇ ਤੱਤ ਜਿਹੜੇ ਆ ਉਹ ਬੰਦੇ ਨੂੰ ਮਿਲਣੇ ਸ਼ੁਰੂ ਹੋ ਜਾਂਦੇ ਆ। ਇਸੇ ਤਰ੍ਹਾਂ ਸਾਧੂ ਦੇ ਕੋਲ ਹੀ ਬੈਠਣਾ ਹੈ, ਰੱਬ ਦੇ ਤੱਤ ਬੰਦੇ ਨੂੰ ਮਿਲਣੇ ਸ਼ੁਰੂ ਹੋ ਜਾਂਦੇ ਆ। ਗੱਜ ਕੇ ਆਖੋ ਸਤਨਾਮ। ਸਾਧੂ ਦੇ ਕੋਲ ਹੀ ਬਹਿਣਾ, ਔਰ ਸਾਧੂ ਦਾ ਸੁਭਾਅ ਗੁਰੂ ਵਰਗਾ ਬਣ ਜਾਂਦਾ ਜੀ। ਤੁਸੀਂ ਕਹੋਗੇ ਬੰਦਿਆਂ ਦੇ ਨਾਲ ਜੋੜਦਾ, ਮੈਂ ਬੰਦਿਆਂ ਦੇ ਨਾਲ ਨਹੀਂ ਜੋੜਨ ਲੱਗਾ, ਪਰ ਗੱਲ ਧਿਆਨ ਨਾਲ ਸੁਣਿਓ ਸੰਗਤ ਜੀ। ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਕਮਾਈ ਵਾਲੇ ਪੁਰਸ਼ਾਂ ਦੀ ਸੰਗਤ ਕਰਨੀ ਹੈ, ਸੰਗਤ ਕਰਨੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸ਼ਲੋਕ ਉਚਾਰਿਆ ਜੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਧਰਤੀ ਵਿੱਚ ਮਾਂ ਵਾਲੇ ਗੁਣ ਨੇ, ਪਾਣੀ ਵਿੱਚ ਪਿਤਾ ਵਾਲੇ ਗੁਣ ਨੇ। ਪਾਣੀ ਪਿਤਾ ਹੈ, ਮਾਂ ਧਰਤੀ ਹੈ। ਹਵਾ ਨੂੰ ਗੁਰੂ ਆਖਿਆ। ਹਵਾ ਨੂੰ ਕਿਉਂ ਗੁਰੂ ਆਖਿਆ? ਹਵਾ ਨੂੰ ਕੱਜ ਕੇ ਆਖੋ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਹਵਾ ਦਾ ਗੁਣ ਦੱਸਿਆ ਬ੍ਰਹਮ ਗਿਆਨੀ ਨਾਲ ਅਟੈਚ ਕਰਕੇ। ਕਹਿੰਦੇ ਆ ਜੈਸੇ ਪਵਨ ਜਿਹੜੀ ਹੈ ਉਹ ਰਾਜ ਰੰਕ ਕੋ ਲਾਗੈ ਤੁਲ ਪਵਾਨ। ਜਿਹੜੀ ਪਵਨ ਹੈ ਉਹ ਰਾਜੇ ਨੂੰ, ਗਰੀਬ ਨੂੰ, ਕੰਗਾਲ ਨੂੰ ਹਵਾ ਜਿਹੜੀ ਹੈ ਉਹ ਬਰਾਬਰ ਲੱਗਦੀ ਹੈ। ਹਵਾ ਜਿਹੜੀ ਆ ਉਹ ਬਰਾਬਰ ਲੱਗਦੀ ਹੈ। ਜਿਵੇਂ ਹਵਾ ਸਭ ਨੂੰ ਬਰਾਬਰ ਲੱਗਦੀ ਹੈ, ਹਵਾ ਵਿਤਕਰਾ ਨਹੀਂ ਕਰਦੀ ਪਿਆਰਿਓ, ਉਸੇ ਤਰ੍ਹਾਂ ਸਤਿਗੁਰੂ ਵੀ ਵਿਤਕਰਾ ਨਹੀਂ ਕਿਸੇ ਨਾਲ ਕਰਦੇ। ਗੁਰੂ ਦੀ ਸ਼ਰਨ ਵਿੱਚ ਨੀਚ ਤੋਂ ਨੀਚ ਆ ਜਾਵੇ, ਗੁਰੂ ਦੀ ਸੰਗਤ ਵਿੱਚ ਧਰਮਾਤਮਾ ਆ ਜਾਵੇ, ਸਤਿਗੁਰੂ ਨੇ ਸਾਰਿਆਂ ਤੇ ਰਹਿਮਤਾਂ ਕਰਨੀਆਂ। ਗੱਜ ਕੇ ਆਖੋ ਵਾਹਿਗੁਰੂ। ਸਤਿਗੁਰੂ ਨੇ ਸਾਰਿਆਂ ਤੇ ਰਹਿਮਤਾਂ ਕਰਨੀਆਂ। ਤੇ ਸਾਧੂ ਦਾ ਸੁਭਾਅ ਸਤਿਗੁਰੂ ਵਰਗਾ ਹੋ ਜਾਂਦਾ ਤੇ ਜਿਵੇਂ ਗੁਰੂ ਦਾ ਸੁਭਾਅ ਪਵਨ ਵਰਗਾ ਹੈ ਨਾ, ਪਵਨ ਵਰਗਾ, ਇਸੇ ਤਰ੍ਹਾਂ ਸਾਧੂ ਦਾ ਸੁਭਾਅ ਵੀ ਪਵਨ ਵਰਗਾ ਹੋ ਜਾਂਦਾ ਤੇ ਕਹਿੰਦੇ ਆ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ। ਪਵਾਨ ਦਾ ਅਰਥ ਪਵਨ, ਵਾਯੂ। ਪਵਨ ਵਾਯੂ। ਸਾਧੂ ਸਾਰਿਆਂ ਦਾ ਭਲਾ ਕਰਦਾ ਔਰ ਹਵਾ ਵਿੱਚ ਬਹਿ ਕੇ ਸੁੱਖ ਹੀ ਮਿਲਦਾ। ਮਨ ਮਿਲ ਸਾਧ ਜਨਾ ਸ਼ੁਭਵੰਤੀ। ਰੱਬ ਦੇ ਪਿਆਰੇ ਬੰਦਗੀ ਵਾਲਿਆਂ ਦੇ ਕੋਲ ਬੈਠੋ, ਕੁਝ ਨਾ ਕੁਝ ਭਲਾ ਹੁੰਦਾ ਹੀ ਹੁੰਦਾ ਹੈ। ਜਿਵੇਂ ਕਿਸੇ ਬਜ਼ੁਰਗ ਨੂੰ ਨਮਸਕਾਰ ਕਰੋ ਤੇ ਉਹ ਕੋਈ ਨਾ ਕੋਈ ਆਸ਼ੀਰਵਾਦ ਹੀ ਰਹੇਗਾ ਵੀ ਜਿਉਂਦਾ ਵਸਦਾ ਰਹਿ। ਬਸ ਇਸੇ ਤਰ੍ਹਾਂ। ਔਰ ਗੁਰੂ ਸਾਹਿਬ ਦੀ ਤੇ ਸੰਗਤ ਬਹੁਤ ਵੱਡੀ ਗੱਲ ਹੈ, ਬੜੀ ਵੱਡੀ ਗੱਲ। ਸੋ ਕਹਿਣ ਲੱਗੇ, ਕਹਿੰਦੇ ਤੇਰੇ ਗੁਰੂ ਸਾਹਿਬ ਧੰਨ ਨੇ, ਜਿਨ੍ਹਾਂ ਦੇ ਦਰਸ਼ਨ ਕਰਕੇ ਪਤਿਤ ਵੀ ਪਾਵਨ ਹੋ ਜਾਂਦੇ। ਵੇਖ ਅਸੀਂ ਤੇਰੇ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਕੀਤੇ, ਤੇਰੇ ਹੀ ਕੀਤੇ ਆ ਤੇ ਨਿਹਾਲ ਹੋ ਗਏ ਆ। ਇਸੇ ਤਰ੍ਹਾਂ ਸਾਧੂ ਦੇ ਦਰਸ਼ਨ ਕੀਤੇ ਆ ਬੰਦਾ ਨਿਹਾਲ ਹੁੰਦਾ ਹੈ। ਮਿਹਨਤ ਘਾਲਣਾ ਨਹੀਂ ਘਾਲਣੀ ਪੈਂਦੀ, ਦਰਸ਼ਨ ਮਾਤਰ ਹੀ ਭਲਾ ਹੋ ਜਾਂਦਾ, ਦਰਸ਼ਨ ਮਾਤਰ। ਔਰ ਇੱਕ ਹੋਰ ਬੇਨਤੀ ਕਰਦੇ ਆ, ਬਚਨ ਫਿਰ ਵੱਧਦੇ ਜਾਣੇ ਆ। ਇੱਕ ਤੀਰਥ ਹੁੰਦੇ ਚ ਜੜ, ਜੜ ਤੀਰਥ ਜਿਹੜੇ ਆ ਉਹ ਇੱਕ ਥਾਂ ਤੇ ਖਲੋਤੇ ਹੋਏ ਆ। ਹਰਿਮੰਦਰ ਸਾਹਿਬ ਜੜ ਤੀਰਥ ਹੈ, ਜਿਹੜਾ ਉੱਥੇ ਜਾਏਗਾ ਉਹਦਾ ਭਲਾ ਹੋਵੇਗਾ। ਪਰ ਸਾਧੂ ਜੰਗਮ ਤੀਰਥ 'ਚ, ਸਾਧੂ ਉਹ ਤੀਰਥ ਹੈ ਜਿਹੜਾ ਕਿਸੇ ਦੇ ਕੋਲ ਚੱਲ ਕੇ ਵੀ ਚਲੇ ਜਾਂਦਾ ਹੈ ਉਹਦਾ ਭਲਾ ਕਰਨ ਵਾਸਤੇ। ਗੱਜ ਕੇ ਆਖੋ ਸਤਨਾਮ। ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਅਸ਼ਟਪਦੀ ਪੂਰੀ ਲਿਖ ਦਿੱਤੀ ਹੈ ਸਾਧੂਆਂ ਦੀ ਮਹਿਮਾ ਦੀ।
ਸੋ ਕਹਿਣ ਲੱਗੇ ਭਾਈ ਤੇਰੇ ਗੁਰੂ ਸਾਹਿਬ ਧੰਨ, ਉਹਨਾਂ ਦੇ ਦਰਸ਼ਨ ਤੂੰ ਕੀਤੇ ਤੇ ਤੇਰੇ ਦਰਸ਼ਨ ਅਸੀਂ ਕੀਤੇ। ਵੇਖ ਸਾਨੂੰ ਕੁਝ ਕਰਨਾ ਨਹੀਂ ਪਿਆ, ਅਸੀਂ ਨਿਹਾਲ ਹੋ ਗਏ ਆ ਦਰਸ਼ਨ ਕਰਨ ਨਾਲ ਹੀ। ਹਾਂਜੀ, ਤਿਨ ਕੋ ਦਰਸ਼ਨ ਹਮੈ ਕਰਾਵੋ। ਹੁਣ ਉਹ ਕਹਿਣ ਲੱਗੇ ਭਾਈ ਸਿੱਖਾ ਸਾਡੇ ਤੇ ਵੀ ਕਿਰਪਾ ਕਰ ਤੇ ਸਾਨੂੰ ਆਪਣੇ ਗੁਰੂ ਸਾਹਿਬ ਦੇ ਦਰਸ਼ਨ ਕਰਾ। ਮਹਾ ਮੋਹ ਕੋ ਭਰਮ ਮਿਟਾਵੋ। ਸਾਡੇ ਅੰਦਰ ਵੀ ਜਿਹੜਾ ਮਹਾ ਮੋਹ ਹੈ, ਸਾਡੇ ਅੰਦਰ ਵੀ ਭਰਮ ਜਿਹੜੇ ਬਣੇ ਹੋਏ ਐ ਉਹ ਦੂਰ ਹੋ ਜਾਣ ਤੇਰੇ ਗੁਰੂ ਜੀ ਦੇ ਦਰਸ਼ਨ ਕਰਕੇ। ਹਾਂਜੀ, ਦੋਹਰਾ ਹਰਖਤ ਹੋਇ ਤਿਲ ਸੰਗ ਲੈ, ਚੱਲ ਆਏ ਗੁਰ ਪਾਸ। ਫਿਰ ਉਸ ਸਿੱਖ ਦੀ ਨਿਸ਼ਾ ਹੋਈ, ਤਸੱਲੀ ਹੋਈ। ਵੇਖੋ ਮਹਾਰਾਜ ਨੇ ਸੁਣਾਇਆ ਨਹੀਂ ਕੁਝ, ਸੰਗਤ ਜੀ ਗੁਰੂ ਨਾਨਕ ਸਾਹਿਬ ਨੇ ਵਿਖਾ ਦਿੱਤਾ ਜੀ। ਕਿਉਂਕਿ ਬੰਦਾ ਅੱਜ ਕੱਲ੍ਹ ਜਿੰਨਾ ਚਿਰ ਕੁਝ ਵੇਖ ਨਾ ਲਵੇ ਉਹਨਾਂ ਚਿਰ ਕਿੱਥੋਂ ਭਰੋਸਾ ਕਰਦਾ। ਸੋ ਬੜੀ ਖੁਸ਼ੀ ਦੇ ਨਾਲ ਉਹਨਾਂ ਦੋਵਾਂ ਨੂੰ, ਜੋੜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਲੈ ਕੇ ਆਇਆ ਆਪਣੇ ਘਰ ਵਿੱਚ। ਹਾਂਜੀ, ਹੋਏ ਅਧੀਨ ਬੰਧਨ ਕਰੈ, ਕਟੀ ਮੋਹ ਕੀ ਪਾਸ। ਤੇ ਜਾਂਦਿਆਂ ਨੂੰ ਅੱਗੇ ਮਾਲਕ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਆ। ਉਹ ਦੋਵਾਂ ਨੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ। ਆਪਾਂ ਵੀ ਟੇਕੀਏ, ਹੱਥ ਜੋੜ ਕੇ ਸਿਰ ਝੁਕਾ ਕੇ ਗੱਜ ਕੇ ਕਹੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਤਿਗੁਰੂ ਨੇ ਕਿਰਪਾ ਕੀਤੀ ਸੰਗਤ ਜੀ, ਉਹਨਾਂ ਦੀ ਮੋਹ ਦੀ ਫਾਈ ਕੱਟ ਦਿੱਤੀ। ਮਾਇਆ ਦੇ ਮੋਹ ਦੀ ਫਾਂਸੀ ਜਿਹੜੀ ਪਈ ਸੀ ਗਲ ਵਿੱਚ, ਫਾਈ ਪਈ ਜਿਹੜੀ ਸੀ, ਉਹ ਸਤਿਗੁਰੂ ਜੀ ਨੇ ਕੱਟ ਦਿੱਤੀ। ਵਾਹ, ਜਾਓ ਭਈ ਸ੍ਰੀ ਗੁਰ ਭਲਿਓ, ਨਿਸ਼ਾ ਤਬ ਹੋਈ। ਤੇ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਬੜੇ ਸਹਿਜੇ ਉਸ ਸਿੱਖ ਨੂੰ ਕਹਿਣ ਲੱਗੇ, ਸਿੱਖਾ ਹੁਣ ਤੇਰੀ ਤਸੱਲੀ ਹੋਈ ਕਿ ਨਹੀਂ ਹੋਈ? ਹਾਂਜੀ, ਕੀਨ ਬਿਨੈ ਬੰਦੇ ਕਰ ਦੋਈ। ਉਹਨੇ ਫਿਰ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ ਸੱਚੇ ਪਾਤਸ਼ਾਹ ਜੀ ਨੂੰ। ਹਾਂਜੀ, ਕਰਤਾ ਪੁਰਖ ਮਿਲੈ ਜਬ ਆਏ। ਤੇ ਫਿਰ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਜਿਹਨੂੰ ਆਪ ਕਰਤਾ ਪੁਰਖ ਜੀ ਆ ਕੇ ਮਿਲ ਜਾਣ, ਜਿਹਨੂੰ ਆਪ ਤੁਸੀਂ ਆ ਕੇ ਮਿਲ ਜਾਵੋ, ਕਿਉ ਨਾ ਨਿਸ਼ਾ ਹੋਵੈ ਮਨ ਭਾਏ। ਤੇ ਫਿਰ ਉਹਦੀ ਕਿਉਂ ਨਹੀਂ ਤਸੱਲੀ ਹੋਏਗੀ? ਗੱਜ ਕੇ ਆਖੋ ਵਾਹਿਗੁਰੂ। ਬਸ ਬੰਦੇ ਨੂੰ ਤਸੱਲੀ ਨਹੀਂ ਵੱਜਦੀ ਛੇਤੀ। ਤੇ ਭੱਟ ਸਾਹਿਬਾਨ ਬਾਣੀ ਵਿੱਚ ਕਹਿੰਦੇ ਆ, ਕਹਿੰਦੇ ਰਹਿਓ ਸੰਤ ਹੋਂ ਟੋਲ, ਸਾਧ ਬਹੁ ਤੇਰੇ ਡਿਠੇ, ਸੰਨਿਆਸੀ ਤਪਸੀਆ ਹੈ ਮੁਖੋਂ ਇਹ ਪੰਡਿਤ ਮਿੱਠੇ। ਕਹਿੰਦੇ ਅਸੀਂ ਬੜਿਆਂ ਦੇ ਕੋਲ ਗਏ, ਪਰ ਕਹਿਤਿਆ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ। ਜੀਵਨ ਨਹੀਂ ਸੀ ਹੁੰਦਾ, ਸਾਡੀ ਤਸੱਲੀ ਨਹੀਂ ਸੀ ਹੁੰਦੀ, ਪਰ ਹੇ ਸਤਿਗੁਰੂ ਤੁਹਾਡੀ ਸ਼ਰਨ ਵਿੱਚ ਆ ਕੇ ਸਾਡੀ ਤਸੱਲੀ ਹੋ ਗਈ ਹੈ। ਗੱਜ ਕੇ ਆਖੋ। ਬਾਜ਼ਾਰ ਆਪਾਂ ਜਾਂਦੇ ਆ, ਬੰਦਾ ਉਹਨਾਂ ਚਿਰ ਤੱਕ ਕੋਈ ਚੀਜ਼ ਨਹੀਂ ਖਰੀਦਦਾ ਜਿੰਨਾ ਚਿਰ ਤੱਕ ਮਨ ਨੂੰ ਤਸੱਲੀ ਨਾ ਹੋ ਜਾਵੇ। ਤਸੱਲੀ ਹੋ ਜਾਵੇ ਇਹ ਚੀਜ਼ ਸਹੀ ਹੈ, ਉਦੋਂ ਬੰਦਾ ਐਨ ਫਿਰ ਥਾਂ ਉਹ ਵਾਹਿਗੁਰੂ ਵਸਤੂ ਖਰੀਦ ਲੈਂਦਾ। ਹਰ ਕੰਮ ਵਿੱਚ ਬੰਦਾ ਤਸੱਲੀ ਲੱਭਦਾ। ਆਤਮਿਕ ਤੌਰ ਤੇ ਸਤਿਗੁਰੂ ਹੀ ਤਸੱਲੀ ਕਰਾ ਸਕਦੇ ਆ। ਹਾਂਜੀ, ਸੁਣ ਕੇ ਪ੍ਰਭ ਕਿਰਪਾਲ ਤੇ ਕਾਲਾ। ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਉਹਦੇ ਤੇ ਕਿਰਪਾਲੂ ਹੋਏ ਜੀ, ਤੇ ਬਚਨ ਕੀਤਾ। ਬੋਲੇ ਬਚਨ ਪ੍ਰਸੀਦਿਤ ਵਿਸਾਲਾ। ਹਾਂਜੀ, ਜਨਮ ਮਰਨ ਕੇ ਬੰਧਨ ਤੇਰੇ। ਹਾਂਜੀ, ਸੰਤ ਸੇਵ ਨਾਸ਼ੇ ਇਕ ਬੇਰੇ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ, ਜਾ ਭਾਈ ਤੇਰੇ ਜਨਮ ਮਰਨ ਦੇ ਬੰਧਨ ਇੱਕੋ ਵਾਰੀ ਮਹਾਰਾਜ ਕਹਿੰਦੇ ਅੱਜ ਨਾਸ਼ ਕਰ ਦਿੱਤੇ, ਤੂੰ ਸੰਤਾਂ ਦੀ ਸੇਵਾ ਕਰਦਾ। ਕਹਿਣ ਲੱਗੇ ਹਾਂਜੀ, ਪਰਾ ਲਬਦ ਸੋ ਭੋਗਨ ਭੋਗ, ਬਾਹਰੋਂ ਪ੍ਰਾਪਤ ਹੋਇ ਹਰ ਲੋਗ। ਪਰਾ ਲਬਦ ਦੇ ਅਨੁਸਾਰ ਜੀਵਨ ਭੋਗ, ਜਿੰਨੀ ਤੇਰੀ ਆਰਜੂ ਹੈ, ਉਮਰ ਹੈ, ਮਹਾਰਾਜ ਕਹਿੰਦੇ ਉਹ ਭੋਗ ਲੈ
ਪਰ ਉਹਨੂੰ ਭੋਗਣ ਤੋਂ ਬਾਅਦ ਤੈਨੂੰ ਹਰੀ ਲੋਕ ਪ੍ਰਾਪਤ ਹੋਏਗਾ। ਹਰ ਲੋਕ ਦਾ ਅਰਥ ਸਵਰਗ ਨਹੀਂ ਹੈ। ਹਰ ਲੋਕ ਜਿੱਥੇ ਹਰੀ ਵਸਦਾ, ਰੱਬ ਵਸਦਾ। ਰੱਬ ਕਿੱਥੇ ਵਸਦਾ? ਸੱਚਖੰਡ ਵਸੈ ਨਿਰੰਕਾਰ। ਮਹਾਰਾਜ ਕਹਿੰਦੇ ਤੈਨੂੰ ਸੱਚਖੰਡ ਦੀ ਪ੍ਰਾਪਤੀ ਹੋ ਜਾਏਗੀ। ਹਾਂਜੀ, ਅਸ ਵਰ ਦੇ ਕਰ ਕੀਨ ਪਿਆਨਾ। ਇਸ ਤਰੀਕੇ ਦਾ ਵਰ ਦੇ ਕੇ ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਫਿਰ ਉੱਥੋਂ ਅੱਗੇ ਗਏ ਜੀ। ਹਾਂਜੀ, ਕਲੁਖ ਮਿਟਹਿ ਜਿਹ ਕਰਤ ਧਿਆਨਾ। ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਐਸੇ ਸਤਿਗੁਰੂ ਹਨ ਜਿਨ੍ਹਾਂ ਦੇ ਦਰਸ਼ਨ ਕੀਤਿਆਂ, ਜਿਨ੍ਹਾਂ ਦੇ ਧਿਆਨ ਧਾਰਿਆਂ ਪਾਪ ਮਿਟ ਜਾਂਦੇ ਐ। ਧੰਨ ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰਿਆਂ, ਔਰ ਇਹੋ ਜਿਹੀ ਗੱਲ ਨਹੀਂ ਹੈ, ਸੱਚੀ ਗੱਲ ਹੈ। ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਧਾਰਿਆਂ ਵੱਡੇ ਤੋਂ ਵੱਡੇ ਪਾਪ ਦੂਰ ਹੋ ਜਾਂਦੇ ਐ, ਜੇ ਬੰਦਾ ਧਿਆਨ ਧਾਰ ਲਵੇ। ਧੰਨ ਗੁਰੂ ਨਾਨਕ, 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 ਧੰਨ ਗੁਰੂ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ। ਸੱਚੇ ਪਾਤਸ਼ਾਹ ਜੀ ਦਾ ਨਾਮ ਲਿਆ, ਸਤਿਗੁਰੂ ਜੀ ਦਾ ਧਿਆਨ ਧਾਰਿਆ। ਕਵੀ ਸੰਤੋਖ ਸਿੰਘ ਜੀ ਕਹਿੰਦੇ ਐ, ਜੀਵਨ ਦੇ ਵੱਡੇ ਵੱਡੇ ਜਿਹੜੇ ਪਾਪ ਹਨ ਉਹ ਮਿਟ ਜਾਂਦੇ ਹਨ। ਹਾਂਜੀ, ਮਿਲ ਕੇ ਸਭ ਸੇਵਕ ਹਰਿ ਖਾਏ। ਇਸ ਤਰੀਕੇ ਨਾਲ ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਸੇਵਕਾਂ ਦੀ, ਸਿੱਖਾਂ ਦੀ ਪ੍ਰੀਖਿਆ ਲਈ। ਔਰ ਵੇਖ ਲਓ ਉਸ ਸਮੇਂ ਦੀ ਸਿੱਖੀ ਕਿੰਨੀ ਦ੍ਰਿੜ ਸੀ। ਕੋਈ ਢਿੱਲਾ ਮੱਠਾ ਸਿੱਖ ਨਹੀਂ ਮਿਲਿਆ, ਸਾਰੇ ਇੱਕ ਤੋਂ ਇੱਕ ਵੱਧ ਹੀ ਸਿੱਖ ਮਿਲੇ। ਔਰ ਇਹੋ ਜਿਹੀ ਪ੍ਰੀਖਿਆ ਵਾਲੇ ਬਚਨ ਸੁਣ ਕੇ ਸਾਨੂੰ ਵੀ ਚਾਅ ਵਧਣਾ ਚਾਹੀਦਾ ਮਹਾਰਾਜ ਜੀ ਦੀ ਸਿੱਖੀ ਕਮਾਉਣ ਦਾ, ਸਾਡੇ ਅੰਦਰ ਵੀ। ਹਾਂਜੀ, ਰਹੇ ਤਹਾਂ ਪੁਨ ਗਮਨੇ ਨਾਹੀ। ਮਹਾਰਾਜ ਗਰੀਬ ਨਵਾਜ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਸੱਚੇ ਪਾਤਸ਼ਾਹ ਜੀ ਫਿਰ ਰਹੇ ਆ, ਵਾਪਸ ਆ ਗਏ ਆ, ਤੇ ਸਭ ਸੇਵਕ ਮਹਾਰਾਜ ਦੇ ਦਰਸ਼ਨ ਕਰਕੇ ਪ੍ਰਸੰਨ ਹੋਏ ਆ। ਫਿਰ ਮਹਾਰਾਜ ਉੱਥੇ ਰਹੇ ਆ, ਮੁੜ ਅੱਗੇ ਮਹਾਰਾਜ ਬਾਹਰ ਨਹੀਂ ਫਿਰ ਕਰਤਾਰਪੁਰ ਸਾਹਿਬ ਵਿੱਚੋਂ ਗਏ, ਸ੍ਰੀ ਕਰਤਾਰਪੁਰ ਸਾਹਿਬ ਵਿੱਚੋਂ ਸੰਗਤਾਂ ਫਿਰ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਹੀ ਆਉਂਦੀਆਂ ਨੇ ਤੇ ਮਹਾਰਾਜ ਦੇ ਦਰਸ਼ਨ ਕਰਕੇ ਆਪਣੇ ਕੀਤੇ ਹੋਏ ਜਿਹੜੇ ਪਾਪ ਨੇ ਉਹਨਾਂ ਦਾ ਫਲ ਜਿਹੜਾ ਉਹ ਦੂਰ ਕਰ ਲੈਂਦੀਆਂ ਨੇ, ਕੀਤੇ ਹੋਏ ਪਾਪਾਂ ਦੇ ਫਲਾਂ ਤੋਂ ਬਚ ਜਾਂਦੀਆਂ ਨੇ। ਸੋ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਸੁਖਦਾਈ ਹਨ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਸੁਖਦਾਈ ਹਨ। ਤਾਰਿਆ ਜਹਾਨ ਲਹਿਆ ਅਭਿਮਾਨ, ਜਿਨੀ ਦਰਸ਼ਨ ਪਾਇਆ ਜਿਨੀ ਤੁਧਨੋ ਧਨ ਕਹਿਆ, ਤਿਨ ਜਮ ਨੇੜ ਨਾ ਆਇਆ। ਸੱਚੇ ਪਾਤਸ਼ਾਹ ਜੀ ਦੇ ਦਰਸ਼ਨ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਤੇ ਦਰਸ਼ਨ ਦੀ ਸਾਧ ਸੰਗਤ ਜੀ, ਮਹਾਰਾਜ ਦੇ ਦਰਸ਼ਨਾਂ ਦੀ ਬੜੀ ਵੱਡੀ ਮਹਿਮਾ ਹੈ। ਮਹਾਰਾਜ ਗਰੀਬ ਨਵਾਜ ਕਿਰਪਾ ਕਰਨ, ਆਪਾਂ ਸਤਿਗੁਰੂ ਜੀ ਦੀ ਬਾਣੀ ਵੱਧ ਤੋਂ ਵੱਧ ਪੜ੍ਹਿਆ ਕਰੀਏ, ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਮੰਨਿਆ ਕਰੀਏ। ਸੋ ਇਹਦੇ ਤੋਂ ਅੱਗੇ ਸਾਧ ਸੰਗਤ ਜੀ ਆਪਾਂ ਮਹਾਰਾਜ ਜੀ ਦੀ ਕਥਾ ਜਿਹੜੀ ਹੈ, ਕਿਉਂਕਿ ਇੱਥੇ ਪ੍ਰਸੰਗ ਦੀ ਸੰਪੂਰਨਤਾ ਹੁੰਦੀ ਹੈ, ਅਗਲਾ ਪ੍ਰਸੰਗ ਅਗਲੇ ਦਿਨਾਂ ਨੂੰ ਸਰਵਣ ਕਰਾਂਗੇ। ਆਓ ਪਿਆਰ ਦੇ ਨਾਲ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਾਰੋ ਤੇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰੀਏ, ਸਾਰੇ ਆਪਣੇ ਮਨੋ ਬੇਨਤੀ ਕਰੀਏ ਮਹਾਰਾਜ ਜੀ ਨੂੰ। ਮਹਾਰਾਜ ਆਪ ਜੀ ਧੰਨ ਹੋ ਸੱਚੇ ਪਾਤਸ਼ਾਹ, ਤੁਹਾਡੇ ਦਰਸ਼ਨ ਜਿਹੜਾ ਸਿੱਖ ਕਰ ਲੈਂਦਾ ਹੈ ਨਾ,
ਗਾਂ ਉਸ ਸਿੱਖ ਦੇ ਜਿਹੜਾ ਦਰਸ਼ਨ ਕਰ ਲੈਂਦਾ ਉਹਦਾ ਵੀ ਭਲਾ ਹੋ ਜਾਂਦਾ। ਸਾਖੀ ਆਈ ਸੀ ਨਾ ਇਤਿਹਾਸ ਵਿੱਚ, ਜਦੋਂ ਮਹਾਰਾਜ ਲਾਹੌਰ ਗਏ ਆ, ਦੁਨੀ ਚੰਦ ਮਹਾਰਾਜ ਨੂੰ ਖੀਰ ਕੜਾਹ ਖਵਾਉਣ ਲੱਗਾ। ਮਹਾਰਾਜ ਕਹਿੰਦੇ ਇਹ ਕਾਰੇ ਲਈ, ਕਹਿੰਦਾ ਪਿਤਾ ਦਾ ਸਰਾਧ ਕਰਦਾ। ਮਹਾਰਾਜ ਕਹਿੰਦੇ ਉਹ ਤੇ ਬਘਿਆੜ ਬਣ ਕੇ ਬੈਠਾ, 5 ਦਿਨ ਤੋਂ ਭੁੱਖਾ ਹੀ ਹੈ। ਤਸੱਲੀ ਨਹੀਂ ਹੋਈ। ਮਹਾਰਾਜ ਕਹਿੰਦੇ ਜਾ ਫਿਰ ਆ ਖੀਰ ਕੜਾਹ ਉਹ ਫਲਾਣੀ ਥਾਂ ਤੇ ਲੈ ਜਾ। ਉਹ ਜਿੰਨੀ ਥਾਂ ਦੂਰ ਕਿਹਾ ਗਿਆ, ਉੱਥੇ ਵਾਕਈ ਬਘਿਆੜ ਬੈਠਾ ਸੀ। ਦੁਨੀ ਚੰਦ ਨੂੰ ਜਦੋਂ ਬਘਿਆੜ ਨੇ ਦੇਖਿਆ ਤੇ ਸਾਧ ਸੰਗਤ ਜੀ ਉਹ ਬਘਿਆੜ ਜਿਹੜਾ ਹੈ ਉਹਦੀ ਵੀ ਦੇਹ ਪਲਟ ਗਈ, ਮਨੁੱਖਾ ਦੇਹ ਹੋ ਗਈ। ਉਹ ਬੜਾ ਹੈਰਾਨ ਹੋਇਆ, ਕਹਿੰਦਾ ਪਿਤਾ ਜੀ ਤੁਸੀਂ ਇੱਥੇ ਕਿੱਥੇ? ਕਹਿਣ ਲੱਗਾ ਪਿਛਲੇ ਜਨਮਾਂ 'ਚ ਜਪ ਤਪ ਤੇ ਬੜਾ ਕੀਤਾ, ਅਖੀਰਲੇ ਜੰਮੇ ਸਮੇਂ ਮੱਛਲੀ ਬਣ ਰਹੀ ਸੀ ਕਿਸੇ ਘਰ ਵਿੱਚ, ਉਹਦੀ ਗੰਧ ਜਦੋਂ ਨੱਕ ਲਾਗੇ ਪਹੁੰਚੀ, ਖਾਣ ਦਾ ਫੁਰਨਾ ਬਣ ਗਿਆ। ਰੱਬ ਨੇ ਸਰੀਰ ਹੀ ਇਹੋ ਜਿਹਾ ਦੇ ਦਿੱਤਾ, ਹੁਣ ਮਾਸ ਖਾ ਕੇ ਜਿਉਂਦਾ ਰਵਾਂਗਾ। ਤੇ ਕਹਿਣ ਲੱਗਾ ਇਹ ਮੇਰੇ ਫੁਰਨੇ ਕਰਕੇ ਮੈਨੂੰ ਜਨਮ ਮਿਲ ਗਿਆ। ਉਹ ਕਹਿੰਦਾ ਫਿਰ ਤੁਹਾਡਾ ਸਰੀਰ ਇੱਕਦਮ ਹੁਣ ਪਲਟਿਆ ਕਿਵੇਂ? ਉਹ ਕਹਿੰਦਾ ਪੁੱਤ ਤੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਆਇਆ, ਤੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਅੱਗੋਂ ਮੈਂ ਤੇਰੇ ਕਰ ਲਏ, ਮੇਰਾ ਵੀ ਭਲਾ ਹੋ ਗਿਆ। ਏਡੇ ਵੱਡੇ ਨੇ ਸਤਿਗੁਰੂ ਦੇ ਦਰਸ਼ਨ। ਜਿਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਗਾਂ ਉਹਦੇ ਵੀ ਕੋਈ ਦਰਸ਼ਨ ਕਰ ਲਏ ਨਾ, ਉਹਦਾ ਵੀ ਭਲਾ ਹੋ ਜਾਂਦਾ। ਤੇ ਸੱਚੇ ਪਾਤਸ਼ਾਹ ਮਿਹਰ ਕਰਨ। ਆਓ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀਆਂ ਕਰੀਏ, ਗੁਰੂ ਜੀ ਦੀ ਵਡਿਆਈ ਕਰੀਏ। ਪੰਕਤੀ ਸਾਰੇ ਪਿਆਰ ਨਾਲ ਪੜ੍ਹ ਲਓ, ਫਿਰ ਦਾਸ ਖਿਮਾ ਮੰਗੇ। ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ, ਜਪੋ ਧੰਨ ਧੰਨ ਹਮਾਰਾ, ਧੰਨ ਧੰਨ ਵਾਹਿਗੁਰੂ ਵਾਹਿਗੁਰੂ। ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਤੇ ਮਹਾਰਾਜ ਇਸ ਸ਼ਬਦ ਵਿੱਚ ਅੱਗੋਂ ਕਿਰਪਾ ਕਰਦੇ, ਵੱਡ ਭਾਗੀ ਗੁਰ ਦਰਸ਼ਨ ਪਾਇਆ, ਧੰਨ ਧੰਨ ਸਤਿਗੁਰੂ ਹਮਾਰਾ। ਵੱਡੇ ਭਾਗਾਂ ਵਾਲੇ ਗੁਰੂ ਸਾਹਿਬ ਦਾ ਦਰਸ਼ਨ ਕਰਦੇ ਹਨ, ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਹਨ। ਸੋ ਮਹਾਰਾਜ ਕਿਰਪਾ ਕਰਨ। ਸੰਗਤ ਜੀ ਐਵੇਂ ਹੀ ਲੋਕ ਗੁਰੂ ਸਾਹਿਬ ਦੀ ਨਿੰਦਿਆ ਕਰਦੇ ਆ, ਅਸ਼ਰਧਾ ਵਿੱਚ ਆ ਕੇ ਕਹਿੰਦੇ ਆ ਗੁਰੂ ਨਾਨਕ ਸਾਹਿਬ ਤੇ ਮਨੁੱਖੀ ਸਨ। ਨਹੀਂ, ਕਿੱਥੋਂ ਮਨੁੱਖ ਸਨ? ਉਹ ਤਾਂ ਆਪ ਨਾਰਾਇਣ ਧਰਤੀ ਤੇ ਆਏ ਸਨ। ਆਪ ਮਹਾਰਾਜ ਹੁਣ ਵੀ ਹਨ, ਗੁਰੂ ਨਾਨਕ ਸਾਹਿਬ ਗਏ ਨਹੀਂ ਹਨ ਕਿਤੇ। ਕੱਲ ਤਾਰਨ ਗੁਰੂ ਨਾਨਕ ਆਇਆ। ਮੇਰੇ ਗੁਰੂ ਨਾਨਕ ਸਾਹਿਬ ਅੱਜ ਵੀ ਸੱਚੇ ਪਾਤਸ਼ਾਹ ਇਸੇ ਧਰਤੀ ਤੇ ਸਾਡੇ ਜੀਵਾਂ ਦਾ ਭਲਾ ਕਰ ਰਹੇ ਆ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਸਤਿਗੁਰਾਂ ਦੇ 550 ਸਾਲੇ ਨੂੰ ਮੁੱਖ ਰੱਖਦਿਆਂ ਆਪਾਂ ਮਹਾਰਾਜ ਜੀ ਦਾ ਇਹ ਜਸ ਸਰਵਣ ਕਰਨੇ ਆ। ਗੁਰੂ ਜੀ ਦੀ ਵੱਡੀ ਵਡਿਆਈ ਸਾਡੇ ਹਿਰਦੇ ਵਿੱਚ ਵਸੇ। ਪਿਆਰ ਦੇ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।